ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨੇ ਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੇ ਨਾਹੀ ਸੰਨ। ਰੰਗ ਸਭੇ ਨਾਰਾਇਣੇ, ਜੇਤੇ ਮਨ ਭਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਗਿਆ 12 ਮਾਹ ਜੀ ਦਾ ਪਾਠ ਇਹ ਜੇਠ ਦਾ ਜੋ ਮਹੀਨਾ ਹੈ, ਇਹ ਤੀਸਰਾ ਮਹੀਨਾ ਹੈ ਦੇਸੀ ਸਾਲ ਦਾ, ਤੀਸਰਾ ਮਹੀਨਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਰ ਜੇਠ ਜੁੜਨ ਦਾ ਲੋੜੀਐ। ਜੇਠ ਦਾ ਅਰਥ ਹੈ ਜੇਸ਼ਠ, ਭਾਵ ਕਿ ਵੱਡਾ। ਪਰਿਵਾਰ ਦੇ ਵਿੱਚ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤੇ ਉਹ ਪਰਿਵਾਰ ਦਾ ਪਹਿਲਾ ਬੱਚਾ ਹੋਵੇ। ਪੁਰਾਣੇ ਬਜ਼ੁਰਗਾਂ ਦੇ ਨਾਮ ਇਸ ਤਰ੍ਹਾਂ ਹੁੰਦੇ ਸੀ, ਉਹਨੂੰ ਜੇਠਾ ਕਿਹਾ ਜਾਂਦਾ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਨਾਮ ਭਾਈ ਜੇਠਾ ਹੀ ਸੀ। ਇਹਦਾ ਅਰਥ ਹੈ ਕਿ ਮਾਤਾ ਪਿਤਾ ਦੀ ਪਹਿਲੀ ਸੰਤਾਨ, ਵੱਡਾ ਪੁੱਤਰ, ਸਭ ਤੋਂ ਵੱਡਾ। ਸਤਿਗੁਰੂ ਕਹਿੰਦੇ ਹਰ ਜੇਠ ਜੁੜਨ ਦਾ ਲੋੜੀਐ। ਇਸ ਜੇਠ ਦੇ ਮਹੀਨੇ ਅੰਦਰ ਜਿਹੜਾ ਸਭ ਤੋਂ ਵੱਡਾ ਹੈ ਉਹਦੇ ਨਾਲ ਜੁੜਿਆ ਜਾਵੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਅੱਗੇ ਸਾਰੇ ਨਿਮਦੇ ਨੇ, ਜਿਹਦੇ ਅੱਗੇ ਸਾਰੇ ਝੁਕਦੇ ਨੇ, ਉਹ ਸਭ ਤੋਂ ਵੱਡਾ ਨਿਰੰਕਾਰ ਹੈ। ਸਤਿਗੁਰੂ ਕਹਿੰਦੇ ਵੱਡੀ ਹੂੰ ਵੱਡਾ ਅਪਾਰ, ਤੇਰਾ ਮਰਤਬਾ। ਬੜਾ ਵੱਡਾ ਉੱਚਾ ਰੁਤਬਾ ਹੈ ਉਸ ਨਿਰੰਕਾਰ ਦਾ, ਜਿਸ ਦੇ ਅੱਗੇ ਸਾਰੇ ਨਿਮਦੇ ਨੇ। ਇਸ ਜੇਠ ਦੇ ਮਹੀਨੇ ਅੰਦਰ ਸਤਿਗੁਰੂ ਕਹਿੰਦੇ ਉਸ ਨਿਰੰਕਾਰ ਦੇ ਅੱਗੇ ਝੁਕਣਾ ਚਾਹੀਦਾ ਹੈ, ਉਹਦੇ ਨਾਲ ਜੁੜਨਾ ਚਾਹੀਦਾ ਹੈ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਹਰ ਸੱਜਣ ਦਾਵਣ, ਅੱਜ ਅਸੀਂ ਸ਼ਬਦ ਵਰਤਦੇ ਹਾਂ ਦਾਮਨ।
ਦਾਮਨ ਦਾ ਅਰਥ ਹੈ ਪੱਲਾ। ਉਸ ਨਿਰੰਕਾਰ ਦੇ ਨਾਲ ਜੁੜਿਆ, ਉਹਦੇ ਪੱਲੇ ਨਾਲ ਲੱਗਿਆ, ਸਤਿਗੁਰੂ ਕਹਿੰਦੇ ਕਿਸੇ ਨਾ ਦੇਈ ਬੰਨ। ਉਹਦੇ ਪੱਲੇ ਨਾਲ ਲੱਗਿਆ ਕਿਸੇ ਵੀ ਤਰ੍ਹਾਂ ਦੀ ਬੰਦਿਸ਼, ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਪੈਂਦੀ। ਸਤਿਗੁਰੂ ਪਾਵਨ ਬਾਣੀ ਅੰਦਰ ਕਹਿੰਦੇ ਨੇ, ਜਦੋਂ ਮਨੁੱਖ ਨਿਰੰਕਾਰ ਨੂੰ ਭੁੱਲ ਜਾਂਦਾ ਹੈ, ਉਦੋਂ ਉਹਨੂੰ ਬੰਧਨ ਪੈ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ, ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਹੀ ਤੇਤੀ। ਜਿਹਨੂੰ ਪਰਮੇਸ਼ਰ ਵਿਸਰਿਆ, ਉਹਦੇ ਵਾਸਤੇ ਦਿਨ ਵੀ ਜਾਲ ਹੈ, ਰਾਤ ਵੀ ਜਾਲ ਹੈ, ਘੜੀਆਂ ਵੀ ਬੰਧਨ ਨੇ। ਮਿੰਟ ਸਕਿੰਟ, ਚਸੇ ਤੇ ਪਲ, ਹਰ ਵਕਤ ਉਹਦੇ ਮਨ ਨੂੰ ਬੰਧਨ ਪਾਉਂਦੇ ਨੇ, ਬੰਧਨ ਨੇ ਉਹਦੇ ਵਾਸਤੇ। ਇੱਕ ਬਚਨ ਸਤਿਗੁਰੂ ਹੋਰ ਕਰਦੇ ਨੇ, ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਕੋਈ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ, ਵਿਸਾਰ ਦਿੰਦਾ ਹੈ, ਉਦੋਂ ਉਹਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਇੱਕ ਚੀਜ਼ ਉਹਦੇ ਉੱਤੇ ਲਾਗੂ ਹੋ ਜਾਂਦੀ ਹੈ। ਵਹਿਮ, ਭਰਮ, ਦੁੱਖ, ਤਕਲੀਫਾਂ, ਝੋਰੇ, ਡਰ, ਚਿੰਤਾ ਉਹਨੂੰ ਸਤਾਉਣ ਲੱਗ ਜਾਂਦੀ ਹੈ। ਪਾਤਸ਼ਾਹ ਕਹਿੰਦੇ, ਸ਼ਗਨ ਅਪਸ਼ਗਨ ਤਿਸ ਕੋ ਲੱਗੈ, ਜਿਸ ਜੀਤ ਨਾ ਆਵੈ। ਇਹ ਨਿਸ਼ਾਨੀ ਹੈ, ਜਿਹੜਾ ਮਨੁੱਖ ਨਿਰੰਕਾਰ ਨੂੰ ਚੇਤੇ ਨਹੀਂ ਨਾ ਕਰਦਾ, ਉਹ ਵਹਿਮ ਕਰੇਗਾ। ਮਾੜੀ ਮਾੜੀ ਬਾਤ ਤੇ ਉਹ ਵਹਿਮ ਕਰੇਗਾ। ਪਣਾਈਆਂ ਸਵਾਈਆਂ, ਚੰਗੇ ਮਾੜੇ ਦਿਨ, ਪੈਂਚਕਾਂ, ਗੰਢ ਮੂਲ, ਇਹ ਸਾਰੇ ਕਾਸੇ ਨੂੰ ਉਹ ਸਿਰਮੌਰ ਰੱਖੇਗਾ, ਅੱਗੇ ਰੱਖੇਗਾ। ਭਾਵ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ। ਸਤਿਗੁਰੂ ਕਹਿੰਦੇ, ਹਰ ਸੱਜਣ ਦਾਵਣ ਲੱਗਿਆ, ਉਸ ਨਿਰੰਕਾਰ ਦੇ ਨਾਲ ਜੁੜਿਆ ਤੇ ਮਨੁੱਖ ਸਾਰੇ ਡਰਾਂ ਤੋਂ ਮੁਕਤ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਮਨੁੱਖ ਸਾਰੇ ਡਰਾਂ ਤੋਂ, ਸਾਰੀਆਂ ਬੰਦਿਸ਼ਾਂ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਉਹ ਮੁਕਤ ਹੋ ਜਾਂਦਾ ਡਰ ਤੋਂ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਨਿਰੰਕਾਰ ਦੇ ਨਾਲ ਜੁੜਿਆ, ਉਹਦੀ ਬੰਦਗੀ ਕੀਤਿਆਂ, ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਧਨ ਬੰਧ ਨਹੀਂ ਸਕਦਾ। ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਗੁੱਸਾ ਆਉਣਾ, ਲਾਲਚ ਆਉਣਾ, ਮੋਹ ਆਉਣਾ, ਕ੍ਰੋਧ ਆਉਣਾ, ਈਰਸ਼ਾ ਆਉਣੀ, ਇਹ ਸਭ ਬੰਧਨ ਨੇ। ਤੇ ਸਤਿਗੁਰੂ ਕਹਿੰਦੇ, ਜਿਹੜਾ ਉਸ ਸੱਜਣ ਦੇ ਦਾਮਨ ਦੇ ਨਾਲ ਲੱਗਿਆ, ਹਰਖ ਸੋਗ ਜਾ ਕਹਿ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਉਹ ਨਿਰਭਉ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ, ਮਾਣਕ ਮੋਤੀ ਨਾਮ ਪ੍ਰਭ, ਉਹਨੂੰ ਲੱਗੈ ਨਾਹੀ ਸੰਨ। ਦੁਨਿਆਵੀ ਧਨ ਪਦਾਰਥ, ਮਾਇਆ,
ਹੋਰ ਜਿਤਨੇ ਵੀ ਪਦਾਰਥ ਨੇ ਸਾਰਿਆਂ ਨੂੰ ਸੰਨ ਲੱਗ ਸਕਦੀ ਹੈ। ਸੰਨ ਦਾ ਭਾਵ ਚੋਰੀ ਹੋ ਸਕਦੀ ਹੈ। ਧਨ ਪਦਾਰਥ ਚੋਰੀ ਹੋ ਸਕਦੇ ਨੇ, ਮਾਇਆ ਲੁੱਟੀ ਜਾ ਸਕਦੀ ਹੈ। ਜੋ ਚੀਜ਼ ਬਾਹਰ ਦਿਖਦੀ ਹੈ ਉਹਦੇ ਲੁੱਟੇ ਜਾਣ ਦਾ ਖਤਰਾ ਹੈ, ਉਹ ਲੁੱਟੀ ਜਾਏਗੀ। ਪਰ ਮਨੁੱਖ ਜੋ ਬਾਹਰਮੁਖੀ ਹੈ ਉਸੇ ਨੂੰ ਡਰ ਸਤਾਏਗਾ। ਜਿਸ ਦਾ ਸਭ ਕੁਝ ਹੀ ਬਾਹਰ ਹੈ, ਸੰਸਾਰ ਦੇ ਨਾਲ ਨਾਤਾ ਹੈ, ਸੰਸਾਰ ਦੇ ਉੱਤੇ ਉਹਦਾ ਘਰ ਹੈ, ਸੰਸਾਰ ਤੇ ਪਦਾਰਥਵਾਦ ਇਕੱਠਾ ਕੀਤਾ ਹੈ, ਸੰਸਾਰ ਨਾਲ ਹੀ ਸਾਂਝ ਹੈ, ਸਭ ਕੁਝ ਲੁੱਟਿਆ ਜਾਏਗਾ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਮਨੁੱਖਾਂ ਦੀ ਸਾਂਝ ਅਕਾਲ ਪੁਰਖ ਵਾਹਿਗੁਰੂ ਦੇ ਰਤਨ ਨਾਮ ਨਾਲ ਹੈ, ਜਿਹੜਾ ਮਾਣਕ, ਹੀਰੇ, ਪੰਨੇ, ਪੁਖਰਾਜ ਤੇ ਮੋਤੀਆਂ ਤੋਂ ਮਹਿੰਗਾ ਨਾਮ ਹੈ, ਉਹਨੂੰ ਸੰਨ ਨਹੀਂ ਲੱਗਦੀ। ਜਪਿਆ ਹੋਇਆ ਨਾਮ, ਕੀਤੀ ਹੋਈ ਬੰਦਗੀ ਉਹਨੂੰ ਚੋਰ ਚੁਰਾ ਨਹੀਂ ਸਕਦਾ। ਸਰੀਰ ਦੀ ਮੌਤ ਹੋ ਜਾਂਦੀ ਹੈ, ਸਰੀਰ ਸੜ ਜਾਂਦਾ ਹੈ, ਜਪਿਆ ਹੋਇਆ ਨਾਮ ਕਦੀ ਨਹੀਂ ਸੜਦਾ, ਨਹੀਂ ਸੜਦਾ। ਪਾਣੀ ਡੋਬ ਨਹੀਂ ਸਕਦਾ। ਸਤਿਗੁਰੂ ਪਾਵਨ ਬਾਣੀ ਅੰਦਰ ਕਹਿੰਦੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਜਲ ਡੋਬ ਨਹੀਂ ਸਕਦਾ। ਤਸਕਰ ਕਹਿੰਦੇ ਨੇ ਚੋਰ ਨੂੰ, ਚੋਰ ਚੁਰਾ ਨਹੀਂ ਸਕਦਾ। ਅੱਗ ਸਾੜ ਨਹੀਂ ਸਕਦੀ। ਮਾਣਕ ਮੋਤੀ ਨਾਮ ਪ੍ਰਭ, ਉਹਨੂੰ ਲੱਗਿਆ ਨਾ ਹੀ ਸਨ। ਕਿਉਂਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਹਿਰਦੇ ਦੀ ਪੂੰਜੀ ਹੈ, ਹਿਰਦੇ ਦਾ ਖਜ਼ਾਨਾ ਹੈ, ਤੇ ਹਿਰਦੇ ਦਾ ਖਜ਼ਾਨਾ ਕਦੀ ਲੁੱਟਿਆ ਨਹੀਂ ਜਾਂਦਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛਪਾਇਆ। ਇਹ ਰਤਨ ਨਹੀਂ ਲੁੱਟਿਆ ਜਾ ਸਕਦਾ। ਸਤਿਗੁਰੂ ਕਹਿੰਦੇ ਰੰਗ ਸਭੇ ਨਾਰਾਇਣੇ, ਜਿਤੇ ਮਨ ਪਾਵਨ। ਹਰ ਇੱਕ ਮਨੁੱਖ ਆਪਣੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਜਾਇਜ਼ ਨਜਾਇਜ਼ ਸਾਰੇ ਕੰਮ ਹੀ ਕਰਦਾ ਹੈ, ਸਿਵਾਏ ਪਰਮਾਤਮਾ ਦੀ ਬੰਦਗੀ ਤੋਂ। ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਹੋਰ ਬੜੇ ਉਪਰਾਲੇ ਕਰਦਾ ਹੈ ਕਿ ਮੈਨੂੰ ਮੇਰੇ ਮਨ ਪਾਉਂਦਾ ਸਭ ਕੁਝ ਮਿਲੇ। ਪਰ ਸਤਿਗੁਰੂ ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਉਹ ਸਾਰੇ ਰੰਗਾਂ ਨੂੰ ਮਾਣਦੇ ਨੇ। ਕਿਉਂ? ਕਿਉਂਕਿ ਸਾਰੇ ਰੰਗ, ਸਾਰੀਆਂ ਖੁਸ਼ੀਆਂ, ਸਾਰਾ ਆਨੰਦ, ਸਾਰਾ ਖੇੜਾ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਉਂਦਾ ਹੈ। ਉਹ ਜੋ ਰੰਗ ਤੋਂ ਰਹਿਤ ਹੈ, ਸਾਰੇ ਉਸੇ ਦੇ ਰੰਗ ਨੇ। ਸਤਿਗੁਰੂ ਕਹਿੰਦੇ ਰੰਗ ਸਭੇ ਨਾਰਾਇਣ ਹੈ, ਸਾਰੇ ਪਰਮੇਸ਼ਰ ਦੇ ਰੰਗ ਨੇ। ਜੇਤੇ ਮਨ ਪਾਵਨ, ਜੇ ਤੂੰ ਬੰਦਗੀ ਕਰੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਾਰੇ ਰੰਗ ਮਾਣੇਗਾ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਜਦੋਂ ਉਹਦੀ ਦਇਆਲਤਾ ਹੁੰਦੀ ਹੈ, ਮਨੁੱਖ ਸਾਰੇ ਰੰਗ ਮਾਣਦਾ ਹੈ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਮ।
ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ ਮਨੁੱਖ ਉਹੀ ਕਾਰਜ ਕਰਦਾ ਹੈ। ਕਈ ਵਾਰੀ ਇੱਦਾਂ ਹੁੰਦਾ ਹੈ, ਅਸੀਂ ਅਰਦਾਸ ਕਰਦੇ ਹਾਂ ਤੇ ਉਹ ਕਾਰਜ ਹੋ ਜਾਂਦਾ ਹੈ, ਅਸੀਂ ਬੜੇ ਖੁਸ਼ ਹੁੰਦੇ ਹਾਂ। ਇੱਥੇ ਵੀ ਇੱਕ ਬਾਤ ਸਮਝਣ ਵਾਲੀ ਹੈ, ਜੋ ਅਸੀਂ ਬੋਲ ਬੋਲੇ ਉਹ ਸਾਡੇ ਨਹੀਂ ਸਨ, ਜੋ ਅਸੀਂ ਇੱਛਾ ਕੀਤੀ ਉਹ ਨਿਰੰਕਾਰ ਦੀ ਰਜ਼ਾ ਸੀ, ਉਹਦੀ ਮਰਜ਼ੀ ਸੀ। ਇਹ ਉਹਦੀ ਮਰਜ਼ੀ ਦੇ ਵਿੱਚ ਹੀ ਹੋਇਆ ਜੋ ਕੁਝ ਹੋਇਆ ਹੈ। ਇਹਨੂੰ ਪਲੇਸੀਬੋ ਇਫੈਕਟ ਕਹਿੰਦੇ ਨੇ। ਸਾਡਾ ਕੁਝ ਬੋਲਣਾ, ਅਚਨਚੇਤ ਉਹ ਕਾਰਜ ਹੋ ਜਾਣਾ। ਸਤਿਗੁਰੂ ਕਹਿੰਦੇ ਜੋ ਹਰ ਲੋੜੇ ਜਿਵੇਂ ਨਿਰੰਕਾਰ ਚਾਹੁੰਦਾ ਹੈ, ਨੱਕ ਨੱਥ ਖਸਮ ਹੱਥ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਸਾਰੇ ਜੀਵ ਉਹਦੀ ਦਿੱਤੀ ਹੋਈ ਕਾਰ, ਉਹਦਾ ਦਿੱਤਾ ਹੋਇਆ ਰਿਜ਼ਕ, ਉਹਦੇ ਦਿੱਤੇ ਹੋਏ ਸਵਾਸਾਂ ਦੇ ਨਾਲ ਇਸ ਸੰਸਾਰ 'ਚ ਕਿਰਿਆ ਕਰਦੇ ਨੇ। ਹਰ ਇੱਕ ਦਾ ਰਿਜ਼ਕ ਹੈ ਜੋ ਉਹ ਫਿਕਸ ਹੈ, ਸਵਾਸ ਫਿਕਸ ਨੇ, ਕੋਈ ਚੀਜ਼ ਵੱਧਦੀ ਜਾਂ ਘਟਦੀ ਨਹੀਂ ਹੈ। ਉਹਦਾ ਲਿਖਿਆ ਮਿਟਦਾ ਨਹੀਂ ਹੈ, ਨਹੀਂ ਮਿਟਦਾ। ਜੀਵਾਂ ਦਾ ਖਾਣਾ ਹੋਰ ਹੈ, ਮਨੁੱਖ ਦਾ ਖਾਣਾ ਹੋਰ ਹੈ। ਕੋਈ ਮਾਸਾਹਾਰੀ ਨੇ, ਇੱਕ ਮਾਸਾਹਾਰੀ ਤ੍ਰਿਣ ਖਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ। ਸਭਨਾਂ ਦਾ ਵੱਖਰਾ ਵੱਖਰਾ ਰਿਜ਼ਕ ਹੈ ਔਰ ਨਿਰੰਕਾਰ ਨੇ ਸਭਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਪਣਾ ਲਿਆ, ਭਾਵ ਕਿ ਜਿਨ੍ਹਾਂ ਦੀ ਬੰਦਗੀ, ਜਿਨ੍ਹਾਂ ਦੀ ਸੇਵਾ, ਜਿਨ੍ਹਾਂ ਦੀ ਕਾਲਣਾ ਕਬੂਲ ਹੋ ਗਈ, ਉਹ ਪੂਜਣ ਯੋਗ ਨੇ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਹੜੇ ਬਖਸ਼ੇ ਗਏ ਨੇ ਪੂਜਣ ਯੋਗ ਨੇ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਉਹ ਮਨੁੱਖ ਧੰਨ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ। ਆ ਪਾਵਨ ਬਾਣੀ ਦਾ ਇਤਨਾ ਵੱਡਾ ਸੰਗ੍ਰਹਿ ਬਖਸ਼ੀਆਂ ਹੋਈਆਂ ਰੂਹਾਂ ਦੀ ਦੇਣ ਹੈ। ਸਤਿਗੁਰੂ ਕਹਿੰਦੇ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਬਜ ਜਗਤ ਤਰਾਇਆ। ਉਹ ਧੰਨ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਆਪਣ ਲਈਆ ਜੇ ਮਿਲੈ ਵਿਛੜ ਕਿਉਂ ਰੋਵਨ। ਜੇਕਰ ਮਨੁੱਖ ਆਪਣੇ ਉਪਰਾਲੇ, ਆਪਣੀ ਵਿਧੀ, ਆਪਣੇ ਢੰਗ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦਾ ਹੋਵੇ ਤੇ ਫਿਰ ਰੋਣ ਦੀ ਕੀ ਲੋੜ ਹੈ। ਉਹਦੇ ਤੋਂ ਵਿਛੜ ਕੇ ਸੇਵ ਕਰੀ ਪਲ ਚਸਾ ਨਾ ਵਿਛੜਾ। ਨਾਨਕ ਦਾਸ ਤੁਮਾਰੇ ਜੀਓ।
ਜੇਕਰ ਜੀਵ ਆਪਣੀ ਇੱਛਾ ਸ਼ਕਤੀ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦੇ ਹੋਣ। ਇੱਥੇ ਮੈਂ ਬੇਨਤੀ ਕਰਾਂ, ਮਨੁੱਖ ਦੇ ਕੋਲੇ ਦੋ ਤਰ੍ਹਾਂ ਦੀ ਤਾਕਤ ਹੈ, ਬੁੱਧੀ ਦੀ ਤਾਕਤ ਤੇ ਸਰੀਰ ਦੀ ਤਾਕਤ। ਜੇਕਰ ਸਰੀਰਕ ਬਲ ਦੇ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦੇ ਹੋਈਏ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਸਰੀਰਕ ਬਲ ਤੋਂ ਵੱਡਾ ਨਹੀਂ ਹੈ। ਪਰ ਸਤਿਗੁਰੂ ਤੇ ਕਹਿ ਰਹੇ ਨੇ, ਹਰ ਜੇਠ ਜੁੜੰਦਾ ਲੋੜੀਐ, ਜਿਹੜਾ ਸਾਰਿਆਂ ਤੋਂ ਵੱਡਾ ਹੈ। ਜੇਕਰ ਸਰੀਰਕ ਤਾਕਤ ਨਾਲ ਉਹ ਮਿਲ ਸਕਦਾ ਹੋਵੇ ਤੇ ਫਿਰ ਸਰੀਰ ਦੀ ਤਾਕਤ ਵੱਡੀ ਹੋ ਗਈ, ਨਿਰੰਕਾਰ ਛੋਟਾ ਹੋ ਗਿਆ। ਇਦਾਂ ਨਹੀਂ ਹੁੰਦਾ। ਜੇਕਰ ਮਨੁੱਖ ਦੀ ਬੁੱਧੀ ਨਾਲ, ਮਨੁੱਖ ਦੇ ਦਿਮਾਗ ਨਾਲ, ਮਨੁੱਖ ਦੇ ਉਪਰਾਲਿਆਂ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੋਵੇ, ਫਿਰ ਮਨੁੱਖ ਦੀ ਬੁੱਧੀ ਵੱਡੀ ਹੋ ਗਈ, ਨਿਰੰਕਾਰ ਛੋਟਾ ਹੋ ਗਿਆ। ਸਾਹਿਬ ਕਹਿੰਦੇ ਨੇ, ਵੱਡੇ ਕੀਆਂ ਵਡਿਆਈਆਂ ਵਿੱਚ ਕਹਿਣ ਨਾ ਜਾਏ, ਉਹ ਬੜਾ ਵੱਡਾ ਹੈ। ਨਾ ਤੂੰ ਆਵੈ ਵਸ ਬਹੁਤ ਘਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਤੀਰਥ ਨਾਈਐ। ਮਨੁੱਖ ਦਾ ਤਨ ਤੇ ਮਨੁੱਖ ਦੀ ਬੁੱਧੀ, ਇਹਨਾਂ ਦੀ ਪਕੜ ਤੋਂ ਉਹ ਪਰੇ ਹੈ। ਸਭ ਕੋ ਤੇਰੇ ਵਸ ਅਗਮੇ ਅਗੋਚਰਾ, ਹੇ ਅਗਮ ਅਗੋਚਰ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ, ਤੂੰ ਮਨੁੱਖ ਦੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਸਤਿਗੁਰੂ ਕਹਿੰਦੇ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ। ਬਖਸ਼ੀਆਂ ਹੋਈਆਂ ਰੂਹਾਂ ਦਾ ਮੇਲਾ ਹੁੰਦਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ। ਸਾਧੂ ਸੰਗ ਪ੍ਰਾਪਤੇ, ਸਾਧੂਆਂ ਦੀ ਸੰਗਤ ਦੇ ਵਿੱਚ ਪ੍ਰਾਪਤੀ ਹੁੰਦੀ ਹੈ, ਪ੍ਰਾਪਤੀ ਦਾ ਰਸਤਾ ਮਿਲਦਾ ਹੈ, ਗੁੱਝੇ ਭੇਦ ਦਾ ਪਤਾ ਲੱਗਦਾ ਹੈ। ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ। ਵੱਡੇ ਭਾਗ ਨੇ ਜਿਹਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ, ਤੇ ਜਿਹਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ ਉਹਨੂੰ ਇਹ ਜੇਠ ਦਾ ਮਹੀਨਾ, ਜੋ ਕਿ ਸਭ ਤੋਂ ਵੱਡਾ ਮਹੀਨਾ ਹੈ, ਇਹ ਉਹਨੂੰ ਸੁਹਾਵਣਾ ਲੱਗਦਾ ਹੈ, ਰੰਗੀਲਾ ਲੱਗਦਾ ਹੈ। ਜੇਠ ਮਹੀਨੇ ਦੀ ਜਿਹੜੀ ਤਪਸ਼ ਹੈ, ਗਰਮੀ ਹੈ ਜਿਹੜੀ, ਇਹ ਉਹਨੂੰ ਨਹੀਂ ਪੋ ਪਾਉਂਦੀ। ਉਹ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ, ਜੀ ਦੇ ਮੱਥੇ ਦੇ ਭਾਗ ਬੜੇ ਵੱਡੇ ਹੋਣ, ਉਹਨੂੰ ਇਹ ਮਹੀਨਾ ਰੰਗੀਲਾ ਲੱਗਦਾ ਹੈ, ਸੁਹਾਵਣਾ ਲੱਗਦਾ ਹੈ। ਤੇ ਜਿਹੜੇ ਭਾਗ ਨੇ, ਸਤਿਗੁਰੂ ਕਹਿੰਦੇ, ਸਬਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਦੇ ਆ। ਸਬਦੂ ਵੱਡੇ ਭਾਗ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਸੋ ਆਪ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੋਇਓ। ਇਹ ਜੇਠ ਦਾ ਮਹੀਨਾ ਗਰੀਬ ਨਵਾਜ ਦੀ ਕਿਰਪਾ ਸਦਕਾ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਤਿਗੁਰੂ ਦੇ ਦਰ ਦੀਆਂ ਹਾਜ਼ਰੀਆਂ ਭਰਦਿਆਂ ਆਨੰਦ ਨਾਲ ਬਤੀਤ ਹੋਵੇ। ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗਿਆਂ ਸੁੱਖ ਦਾ ਬਤੀਤ ਹੋਵੇ। ਸੋ ਆਪ ਜੀ ਨੂੰ ਸਭਨਾਂ ਨੂੰ ਜੀ ਆਇਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ